ਹੈਲੋ एवरीवन। ਹੁਣ ਅਸੀਂ ਕਰ ਰਹੇ ਹਾਂ ਇੱਥੇ ਬੀਐਡ ਫਸਟ ਈਅਰ ਦਾ ਜੋ ਆਪਣਾ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ। ਅਸੀਂ ਉਹਦੇ ਵਿੱਚ ਆਪਣੇ ਜੋ ਟੌਪਿਕ ਸ਼ੁਰੂ ਕੀਤਾ ਹੋਇਆਗਾ ਮਾਡਰਨ ਮੈਥਡਸ ਆਫ ਟੀਚਿੰਗ ਲੈਂਗੁਏਜ ਕਿ ਭਾਸ਼ਾ ਨੂੰ ਅਧਿਆਪਨ ਲਈ ਜਿਹੜੇ ਮਾਡਰਨ ਮੈਥਡ ਨੇ ਕੁਝ ਜਿਹੜੀਆਂ ਆਧੁਨਿਕ ਵਿਧੀਆਂ ਨੇ। ਤਾਂ ਪਿਛਲੇ ਜਿਹੜੇ ਕੁਝ ਲੈਕਚਰਾਂ ਵਿੱਚ ਆਪਾਂ ਆਪਣੇ ਮੈਥਡ ਦੀ ਗੱਲ ਕਰ ਚੁੱਕੇ ਹਾਂ। ਆਪਾਂ 4 ਮੈਥਡ ਆਲਰੇਡੀ ਕੰਪਲੀਟ ਕਰ ਚੁੱਕੇ ਹਾਂ। ਹੁਣ ਆਪਣਾ ਜਿਹੜਾ 5th ਮੈਥਡ ਹੈ ਨਿਰੀਖਣ ਵਿਧੀ ਮਤਲਬ ਆਬਜ਼ਰਵੇਸ਼ਨ ਮੈਥਡ ਕਿ ਆਪਾਂ ਆਬਜ਼ਰਵੇਸ਼ਨ ਅੱਜ ਸਟਾਰਟ ਕਰ ਰਹੇ ਹਾਂ। ਇਹ ਨਿਰੀਖਣ ਵਿਧੀ ਹੁੰਦੀ ਕੀ ਆ ਭਾਸ਼ਾ ਸਿੱਖਿਆ ਵਿੱਚ ਇਹਦਾ ਕੀ ਰੋਲ ਹੈ ਕਿ ਇਹ ਭਾਸ਼ਾ ਸਿੱਖਿਆ ਵਿੱਚ ਕਿਵੇਂ ਕਰਦੀ ਹੈ। ਅਗਰ ਆਪਾਂ ਨਿਰੀਖਣ ਵਿਧੀ ਦੀ ਗੱਲ ਕਰੀਏ ਕਿ ਨਿਰੀਖਣ ਵਿਧੀ ਐਕਚੁਅਲ 'ਚ ਹੁੰਦੀ ਕੀ ਆ ਤਾਂ ਨਿਰੀਖਣ ਵਿਧੀ ਦਾ ਜਿਹੜਾ ਭਾਵ ਹੈ ਉਹ ਆਪਣੀਆਂ ਗਿਆਨ ਇੰਦਰੀਆਂ ਰਾਹੀਂ ਕਿਸੇ ਦੂਸਰੇ ਵਿਅਕਤੀ ਜਾਂ ਫਿਰ ਕਿਸੇ ਦੂਸਰੇ ਵਿਦਿਆਰਥੀ ਦਾ ਜਿਹੜਾ ਵਿਵਹਾਰ ਹੈ ਉਹਦੀ ਜਾਂਚ ਪੜਤਾਲ ਕਰਨਾ ਹੁੰਦਾ ਵਾ। ਕਿਸੇ ਵਿਦਿਆਰਥੀ ਜਾਂ ਫਿਰ ਕਿਸੇ ਪਰਸਨ ਦੀ ਜਿਹੜੇ ਵਿਵਹਾਰ ਦੀ ਜਾਂਚ ਪੜਤਾਲ ਹੈ ਉਹ ਆਪਾਂ ਕਿਵੇਂ ਕਰਨੀ ਹਾਂ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਗਾ ਜਿਹੜੇ ਵਿਦਿਆਰਥੀ ਨੂੰ ਜਾਂ ਫਿਰ ਕਿਸੇ ਪਰਸਨ ਨੂੰ ਇਹ ਦੱਸਿਆ ਨਹੀਂ ਜਾਂਦਾ ਕਿ ਅਸੀਂ ਤੁਹਾਡਾ ਜਿਹੜਾ ਨਿਰੀਖਣ ਆ ਤੁਹਾਡੇ ਵਿਵਹਾਰ ਦਾ ਉਹ ਕਰ ਰਹੇ ਹਾਂ। ਇਸ ਵਿੱਚ ਵਿਧੀ ਦੁਆਰਾ ਨੇ ਪ੍ਰਾਕ੍ਰਿਤਿਕ ਤਰੀਕੇ ਨਾਲ ਨੈਚੁਰਲ ਵੇ ਨਾਲ ਕੀ ਹੈ ਉਹਦਾ ਨਾ ਵਿਵਹਾਰ ਦਾ ਨਿਰੀਖਣ ਕੀਤਾ ਜਾਂਦਾ ਹੈ ਕਿ ਉਹਦਾ ਦੂਸਰਿਆਂ ਦੇ ਪ੍ਰਤੀ ਕੀ ਵਿਵਹਾਰ ਹੈ। ਤਾਂ ਇਹਦੇ ਵਿੱਚ ਆਪਾਂ ਟੀਚਿੰਗ ਪੰਜਾਬੀ ਨੂੰ ਲੈ ਕੇ ਗੱਲ ਕਰ ਰਹੇ ਹਾਂ ਭਾਸ਼ਾ ਸਿਖਾਉਣ ਵਿੱਚ ਮਤਲਬ ਕਿ ਉਹਦਾ ਜਿਹੜਾ ਵਿਵਹਾਰ ਹੈ ਉਹ ਭਾਸ਼ਾ ਸਿੱਖਿਆ ਵਿੱਚ ਕਿੱਦਾਂ ਦਾ ਹੈ ਉਹ ਕਿਵੇਂ ਭਾਸ਼ਾ ਸਿੱਖਿਆ ਨੂੰ ਬੋਲ ਰਿਹਾ ਹੈਗਾ ਕਿਵੇਂ ਉਹ ਪੰਜਾਬੀ ਨੂੰ ਲਿਖ ਰਿਹਾ ਹੈਗਾ। ਲਿਖਣ ਵਿੱਚ ਅਗਰ ਉਹ ਗਲਤੀਆਂ ਕਰ ਰਿਹਾ ਜਾਂ ਫਿਰ ਅੱਖਰਾਂ ਦੀ ਉਹਦੀ ਬਣਾਵਟ ਸਹੀ ਨਹੀਂ ਆ ਰਹੀ ਤਾਂ ਉਹਦਾ ਜਿਹੜਾ ਬੈਠਣ ਦਾ ਤਰੀਕਾ ਉਹਦਾ ਜਿਹੜਾ ਪੈਨ ਫੜਨ ਦਾ ਜਿਹੜਾ ਤਰੀਕਾ ਇਹੋ ਜਿਹੇ ਕੁਝ ਜਿਹੜੇ ਵਿਵਹਾਰ ਨੇ ਉਹਦੀ ਆਪਾਂ ਗੱਲ ਕਰਦੇ ਹਾਂ ਕਿਉਂਕਿ ਇਹ ਜਿਹੜਾ ਮੈਥਡ ਹੈ ਇਹ ਕੀ ਆ ਟੀਚਿੰਗ ਲੈਂਗੁਏਜ ਨਾਲ ਰਿਲੇਟ ਕਰਦਾ ਗਾ। ਵੈਸੇ ਨਿਰੀਖਣ ਅਗਰ ਆਪਾਂ ਵਿਵਹਾਰ ਦਾ ਕਰੀਏ ਤਾਂ ਆਪਾਂ ਉਹਦਾ ਗੱਲਬਾਤ ਤਰੀਕੇ ਦਾ ਦੂਜਿਆਂ ਨਾਲ ਬਿਹੇਵ ਕਰਨ ਦਾ ਹੋ ਜਾਂਦਾ ਪਰ ਇੱਥੇ ਆਪਾਂ ਟੀਚਿੰਗ ਦੀ ਗੱਲ ਕਰ ਰਹੇ ਹਾਂ ਟੀਚਿੰਗ ਪੰਜਾਬੀ ਦੀ ਮਤਲਬ ਭਾਸ਼ਾ ਸਿੱਖਿਆ ਦੀ ਆਪਾਂ ਗੱਲ ਕਰਦੇ ਹਾਂ। ਤਾਂ ਜਿਸ ਵਿਅਕਤੀ ਦਾ ਇੱਥੇ ਨਿਰੀਖਣ ਕੀਤਾ ਜਾਂਦਾ ਜਾਂ ਜਿਸ ਵਿਦਿਆਰਥੀ ਦਾ ਇੱਥੇ ਨਿਰੀਖਣ ਕੀਤਾ ਜਾਂਦਾ ਗਾ ਉਸ ਨੂੰ ਇਸ ਬਾਰੇ ਖਬਰ ਤੱਕ ਨਹੀਂ ਹੁੰਦੀ ਉਸ ਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਦੱਸਿਆ ਜਾਂਦਾ ਕਿਉਂਕਿ ਜਦੋਂ ਇਨਸਾਨ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮੇਰਾ ਨਿਰੀਖਣ ਹੋ ਰਿਹਾ ਗਾ ਕਿ ਮੇਰੀ ਆਬਜ਼ਰਵੇਸ਼ਨ ਚੱਲ ਰਹੀ ਆ ਤਾਂ ਆਪਣੇ ਬਿਹੇਵੀਅਰ ਨੂੰ ਚੇਂਜ ਕਰ ਦਿੰਦਾ ਗਾ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਉਸ ਬਾਰੇ ਕੋਈ ਨੈਗੇਟਿਵ ਚੀਜ਼ ਸਾਹਮਣੇ ਆਏ ਜਾਂ ਉਹਦੇ ਬਾਰੇ ਕੋਈ ਨੈਗੇਟਿਵ ਬੋਲਿਆ ਜਾਵੇ। ਤਾਂ ਇਸ ਕਰਕੇ ਫਿਰ ਸਾਨੂੰ ਬਿਨਾਂ ਦੱਸੇ ਉਸ ਪਰਸਨ ਦਾ ਜਿਹੜਾ ਨਿਰੀਖਣ ਆ ਉਹ ਕਰਨਾ ਪੈਂਦਾ। ਤਾਂ ਇਸ ਆਬਜ਼ਰਵੇਸ਼ਨ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ 2 ਤਰੀਕੇ ਨਾਲ ਜਿਹੜੀ ਆਬਜ਼ਰਵੇਸ਼ਨ ਹੋ ਸਕਦੀ ਹੈ। ਤੇ ਜਦੋਂ ਆਪਾਂ ਨਿਰੀਖਣ ਕਰ ਰਹੇ ਹੁੰਦੇ ਆ ਤਾਂ ਉਹਦੇ ਵਿੱਚ ਜਿਹੜੇ ਕਿਹੜੇ ਤੱਤ ਹੈ ਉਹ ਸ਼ਾਮਿਲ ਹੋਣੇ ਚਾਹੀਦੇ ਨੇ। ਆਪਾਂ ਇਹਦੇ ਤੱਤਾਂ ਦੀ ਗੱਲ ਕਰਦੇ ਹਾਂ ਕਿ ਕਿਹੜੇ ਕਿਹੜੇ ਜਿਹੜੇ ਤੱਤ ਆ ਉਹ ਸ਼ਾਮਿਲ ਹੋਣੇ ਜ਼ਰੂਰੀ ਹੈ। ਸਭ ਤੋਂ ਪਹਿਲਾਂ ਨਿਰੀਖਣ ਵਿਧੀ ਵਿੱਚ ਕੀ ਆ ਉਹਦੇ ਜਿਹੜੇ ਵਿਵਹਾਰ ਦਾ ਜਿਹੜਾ ਨਿਰੀਖਣ ਕੀਤਾ ਜਾਣਾ ਜ਼ਰੂਰੀ ਹੈ। ਵਿਵਹਾਰ ਦਾ ਨਿਰੀਖਣ ਉਹਦੇ ਵਿਵਹਾਰ ਦਾ ਨਿਰੀਖਣ ਹੁਣ ਇੱਥੇ ਟੀਚਿੰਗ ਸੰਬੰਧ ਵਿੱਚ ਕੀ ਆ ਪੰਜਾਬੀ ਭਾਸ਼ਾ ਸਿੱਖਿਆ ਵਿੱਚ ਕੀ ਆ ਕਿ ਉਹ ਜਿਹੜੀ ਭਾਸ਼ਾ ਉਹ ਅਗਰ ਬੋਲ ਰਿਹਾ ਅਗਲੇ ਆਪਣੇ ਵਿਚਾਰ ਬੋਲ ਕੇ ਦੱਸ ਰਿਹਾ ਗਾ ਤੇ ਉਹ ਕਿਸ ਤਰੀਕੇ ਨਾਲ ਬੋਲ ਰਿਹਾ ਉਹਦੀ ਖੜਨ ਦਾ ਕੀ ਤਰੀਕਾ ਗਾ ਉਹਦੀ ਜਿਹੜੀ ਬਾਡੀ ਲੈਂਗੁਏਜ ਆ ਉਹ ਕਿਸ ਤਰੀਕੇ ਦੀ ਆ ਉਹਦੇ ਜਿਹੜੇ ਹਾਵ ਭਾਵ ਨੇ ਉਹ ਕਿਸ ਤਰੀਕੇ ਦੇ ਆ ਜਿਹੜਾ ਆਵਾਜ਼ ਦਾ ਉਤਾਰ ਚੜਾਅ ਗਾ ਉਹ ਕਿਸ ਤਰੀਕੇ ਦਾ ਗਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਿਰੀਖਣ ਕਰਨਾ ਪੈਂਦਾ ਹੈਗਾ। ਅੱਗੇ ਆਪਾਂ ਗੱਲ ਕਰਦੇ ਹਾਂ ਸੈਕਿੰਡ ਪੁਆਇੰਟ ਦੇ ਪਹਿਲਾ ਹੈਗਾ ਕਿ ਵਿਵਹਾਰ ਦਾ ਨਿਰੀਖਣ ਕਰਨਾ ਉਹਦੇ ਵਿਵਹਾਰ ਦਾ ਨਿਰੀਖਣ ਕੀਤਾ ਜਾਵੇ। ਦੂਜਾ ਹੈਗਾ ਵਿਵਹਾਰ ਤੋਂ ਮਨੋਪ੍ਰਵਿਰਤੀ ਦਾ ਸਪਸ਼ਟ ਜਾਂ ਅਸਪਸ਼ਟ ਅਨੁਮਾਨ ਲਗਾਉਣਾ। ਉਹਦੇ ਵਿਵਹਾਰ ਦਾ ਨਿਰੀਖਣ ਕਰਕੇ ਉਸ ਤੋਂ ਬਾਅਦ ਕੀ ਉਹਦੀ ਮਨੋਪ੍ਰਵਿਰਤੀ ਦਾ ਵਿਵਹਾਰ ਦਾ ਨਿਰੀਖਣ ਕਰਕੇ ਮਨੋਪ੍ਰਵਿਰਤੀ ਦਾ ਸਪਸ਼ਟ ਜਾਂ ਅਸਪਸ਼ਟ ਅਨੁਮਾਨ ਲਗਾਉਣਾ। ਕਿ ਬੱਚੇ ਦੇ ਮਨ ਵਿੱਚ ਕੀ ਚੱਲ ਰਿਹਾ ਹੈ। ਮਨੋਪ੍ਰਵਿਰਤੀ ਮਤਲਬ ਬੱਚੇ ਦੇ ਮਨ ਵਿੱਚ ਕੀ ਕਰ ਰਿਹਾ ਉਸਦੇ ਜਿਹੜੀ ਮਨ ਦੀ ਪ੍ਰਵਿਰਤੀ ਆ ਉਹਦਾ ਅਨੁਮਾਨ ਲਗਾਉਣਾ। ਉਹ ਅਨੁਮਾਨ ਸਪਸ਼ਟ ਵੀ ਹੋ ਸਕਦਾ ਹੈ ਜਾਂ ਫਿਰ ਅਸਪਸ਼ਟ ਵੀ ਹੋ ਸਕਦਾ
ਹੁੰਦਾ गा। इस करके ਇਹਦਾ अनुमान लगाना जरूरी है ताकि ਅਸੀਂ ਉਹਦਾ ਨਿਰੀਖਣ ਜਿਹੜਾ ਉਹ ਪੂਰੇ ਢੰਗ ਤਰੀਕੇ ਨਾਲ ਕਰ ਸਕੀਏ। अगर ਆਪਾਂ ਗੱਲ ਕਰਦੇ ਹਾਂ ਜਿਹੜਾ ਥਰਡ ਪੁਆਇੰਟ ਹੈ ਤਾਂ ਉਹ ਹੈਗਾ ਆਪਣੇ ਅਨੁਭਵ ਅਨੁਸਾਰ ਹੋਰ ਵਿਅਕਤੀਆਂ ਦੇ व्यवहार का निरीक्षण करना। अपने अनुभव अनुसार अपने अनुभव अनुसार और व्यक्तियां दे व्यवहार का अनुमान। अनुमान लाना होर व्यक्तियों के जिहड़ा व्यवहार का अनुमान वो अपने जिहड़े अनुभव ने। अगर आप एक बच्चे का निरीक्षण किया तो अपने की अनुभव रहे ने उस अनुभव अनुसार की आ दूसरे जिहड़े होर व्यक्ति उन्होंने भी जिहड़े व्यवहार का वो अनुमान लाना। हुण आपां गल करते हैं कि जिहड़ी निरीक्षण विधि वो किन्नियां विधियां द्वारा जिहड़ी हो सकती है। तो इहदियां विधियां की गल करांगे आपां। निरीक्षण विधि है जिहड़ी इहदियां विधियां की गल करांगे कि निरीक्षण जिहड़ा वो किन्नियां विधियां राही हो सकता। अगर आप किसी का निरीक्षण कर रहे हैं तो वो की आ दो विधियां राही जिहड़ा ऑब्जर्वेशन वो की जा सकती है। इहदे विच की आउंदी आ कि एक तो हैगा सैल्फ ऑब्जर्वेशन, एक तो जिहड़ा स्वै निरीक्षण जिहड़ा अपने आप निरीक्षण किया जाता, दूसरा जिहड़ा दूसरे व्यक्तियों द्वारा निरीक्षण है। इहदे जिहड़ी फर्स्ट हैगा वो स्वै निरीक्षण, दूसरा हैगा दूसरे व्यक्ति द्वारा। दूसरे व्यक्ति द्वारा निरीक्षण। ठीक है, अगे इन्हां दे भी दो दो पार्ट है। जिहड़ा स्वै निरीक्षण है ਉਹਦੇ भी जिहड़ा दो पार्ट है। ਇਹਦਾ पहला पार्ट हैगा अगर आप गल करिए एक पूरा नियोजित जिहड़ा एक प्लान्ड ऑब्जर्वेशन होंदी है, एक नियोजित निरीक्षण हुंदा है। नियोजित निरीक्षण का की मतलब है कि एक प्लान करके बंदे की ऑब्जर्वेशन करनी। किसी भी विद्यार्थी या किसी भी व्यक्ति की जिहड़ी निरीक्षण ऑब्जर्वेशन है वो एक नियोजित तरीके नाल होवे। सारी चीज़ां ने जिहड़ियां वो किवें निरीक्षण करना, ਉਹਦਾ किस चीज़ से ਉਹਦਾ निरीक्षण करना, ਜਿਹੜਾ ਉਹਦਾ ਕਿਹੜਾ व्यवहार ਉਹਦੇ निरीक्षण करना, हर एक चीज़ की जिहड़ी पूर्व व्यवस्था की जाती है। प्री प्लैनिंग सारिया चीज़ां होंदियां ने। इत्थे विशेष समां विच किसी विशेष जिहड़े व्यवहार का निरीक्षण किया जाता है। मतलब कि अगर असीं बच्चे की भाषा सीखिया वो सिर्फ आप मौखिक भाषा देखना चाहते हैं या फिर आप सिर्फ लिखित भाषा का करना चाहते हैं, इस करके इत्थे जिहड़ा टारगेट है वो साडा पहले ही लिखिया होया हुंदा गा कि आपां जिहड़ा व्यवहार का किहड़ा पक्ष है जिहड़ा आपां उहदी ऑब्जर्वेशन करना चाहते हैं। दूसरी गल आ जाती है अतीत का निरीक्षण। जिहड़ी स्वै निरीक्षण च अतीत का निरीक्षण, ਇਹਦੇ ਵਿੱਚ ਕੀ ਹੁੰਦਾ ਗਾ ਜਿਹੜੇ ਦੇ ਪਾਸਟ ਦੀਆਂ ਵਿਵਹਾਰ ਹੁੰਦੇ ਨੇ, ਪਾਸਟ ਵਿੱਚ ਉਹ ਕਿਵੇਂ ਕਰ ਰਿਹਾ ਸੀਗਾ ਹਨਾ, ਤਾਂ ਉਹ ਚੀਜ਼ਾਂ ਦਾ ਰਿਕਾਰਡ ਆ ਜਿਹੜਾ ਉਹ ਲੈ ਕੇ ਉਹਦਾ ਨਿਰੀਖਣ ਕਰਨਾ। ਤਾਂ ਸਵੈ ਨਿਰੀਖਣ ਤੇ ਸਾਰਾ ਆਪਣੇ ਆਪ ਨੂੰ ਕਰਨਾ ਚਾਹੀਦਾ ਪੈਂਦਾ ਗਾ। अगर आप विद्यार्थी की गल करते हैं तो विद्यार्थी नियोजित विच तां अपने वो देखूगा कि मैं अपनी मौखिक भाषा या फिर अपनी लिखित भाषा बारे जो अपना अपने आप को ऑब्जर्व कर रहा कि मेरिया गलतियां होंदियां ने, जिहड़ा की मेरा व्यवहार है भाषा के प्रति किवें उहनूं दूर किया जा सकता है। ये सारिया चीज़ां नूं अपने निरीक्षण च करूगा, वो अपने कमियां लभण की कोशिश करूँ तो जिहड़ियां चंगियां गल्लां ने वो लभण की कोशिश करूँ। तो अतीत के निरीक्षण च जिहड़ा पास्ट च जो भी होया सीगा ते अतीत दी जिहड़ियां यादां सी उन्हां दे आधार सी कि मैं पहला 6 महीने पहला किवें करदा सीगा, ये कित्थे मैं गलतियां करदा सीगा। तां भाषा सिक्ख्या विचों कि अतीत दी जिहड़ियां भी चीज़ां हुंदियां ने, जिहड़ा भी रिकॉर्ड हुंदा वा, जिहड़ियां भी यादां हुंदियां ने उन्हां दे सहारे ते जिहड़ा निरीक्षण कीता जांदा गा। इत्थे जिहड़ा निरीक्षण आ कि स्टूडेंट द्वारा आपदे आप कीता जांदा है, किसी अध्यापक दा इत्थे कोई रोल नहीं हुंदा। स्वै निरीक्षण मतलब सैल्फ ऑब्जर्वेशन ते दूसरे व्यक्ति द्वारा आ गया, मतलब इत्थे अध्यापक के द्वारा जिहड़ा हैगा ना उत्थे उहदा निरीक्षण किया जा रहा है। जिहड़ा
दूसरे व्यक्ति द्वारा ਜਿਹੜਾ ਨਿਰੀਖਣ ਦੀ ਗੱਲ ਅਗਰ ਕਰਦੇ ਆ ਇਹਦੇ ਵਿੱਚ ਵੀ ਕੀ ਆ ਇਹਦੀਆਂ ਵੀ ਸੇਮ ਜਿਹੜੀਆਂ ਦੋ ਟਾਈਪ ਨੇ ਇੱਕ ਕਿਹੜੀ ਆ ਨਿਯੋਜਿਤ ਹੋ ਗਈ ਜਿਹੜਾ ਨਿਯੋਜਿਤ ਨਿਰੀਖਣ ਹੈਗਾ दूसरा ਜਿਹੜਾ ਹੈਗਾ ਅਤੀਤ ਦਾ ਨਿਰੀਖਣ ਇੱਥੇ ਵੀ अगर अध्यापक निरीक्षण कर रहे हैं दूसरा व्यक्ति किसी का निरीक्षण कर रहा तो उत्थे पूरियां हर एक चीज़ प्लैनिंग नाल होगी व्यवहार का किहड़ा पक्ष दे आपां ऑब्जर्व कर रहे हैं किन्ने समय विच उहनूं की ऑब्जर्व करना गा ते दूसरा अतीत का कि जिहड़ा उहदा पास्ट वालियां चीज़ां ने जिहड़ियां उहदियां हो चुकियां गल्लां ने उन्हां दे आधार ते जिहड़ा उहदा निरीक्षण करना कि भाषा नूं लैके 6 महीने पहला या साल पहलों बच्चा किहो जिहा सी ते हुण ओह किवें दा हो गया ते अतीत का निरीक्षण जिहड़ा अतीत दे रिकॉर्ड मतलब पास्ट के जिहड़े रिकॉर्ड के अनुसार करना हुण आपां गल करदे कि भाषा सिक्ख्या ते निरीक्षण विधि का आपस विच की संबंध है भाषा सिक्ख्या ते निरीक्षण विधि का संबंध ਤੇ ਨਿਰੀਖਣ ਵਿਧੀ ਕਿ ਜਿਹੜੀ ਭਾਸ਼ਾ ਸਿੱਖਿਆ ਦੀ ਉਹ ਜਿਹੜੀ ਨਿਰੀਖਣ ਵਿਧੀ ਆ ਉਹਦਾ ਆਪਸ ਵਿੱਚ ਕੀ ਸੰਬੰਧ ਆਪਾਂ ਉਹਨੂੰ ਭਾਸ਼ਾ ਸਿਖਾਉਣ ਲਈ ਆਪਾਂ ਉਹਦਾ ਨਿਰੀਖਣ ਕਿਵੇਂ ਕਰ ਸਕਦੇ ਹਾਂ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਆ ਰਹੇ ਹਾਂ ਕਿ ਇਹਦੇ ਵਿੱਚ ਭਾਸ਼ਾ ਨਾਲ ਇਹਦਾ ਕੀ ਸੰਬੰਧ ਹੈ ਭਾਸ਼ਾ ਨਾਲ ਅਸੀਂ ਭਾਸ਼ਾ ਦੇ ਜਿਹੜੇ ਵੱਖ-ਵੱਖ ਅੰਗ ਨੇ ਤਾਂ ਉਹਨਾਂ ਦਾ ਉਹਦੇ ਵਿੱਚ ਨਿਰੀਖਣ ਕਰ ਸਕਦੇ ਹਾਂ ਜਿਵੇਂ ਆਪਾਂ ਗੱਲ ਕਰੀਏ कि ਉਹਦੀ ਬੋਲਚਾਲ ਭਾਸ਼ਾ ਜਿਹੜੀ ਬੋਲਚਾਲ ਹੈ ਉਹ ਕਿੱਦਾਂ ਦੀ ਹੈ ਬੱਚਾ ਜਿਹੜਾ ਉਹਦੀ ਪ੍ਰੋਨਾਂਸੀਏਸ਼ਨ ਹੈ ਉਹ ਕਿੱਦਾਂ ਦੀ ਹੈ ਅਗਰ ਉਹਦੇ ਵਿੱਚ ਕੋਈ ਗਲਤੀਆਂ ਹੋ ਰਹੀਆਂ ਨੇ ਤਾਂ ਕਿਉਂ ਹੋ ਰਹੀਆਂ ਨੇ ਕਈ ਵਾਰੀ ਕੀ ਹੁੰਦਾ ਕਿ ਟੀਚਰ ਜਿਹੜਾ ਅਧਿਆਪਕ ਆ ਪੜ੍ਹਾ ਰਿਹਾ ਹੁੰਦਾ ਕਿ ਕਈ ਬੱਚੇ ਜਿਹੜੇ ਉਹਨਾਂ ਨੂੰ ਸੁਣਨ ਦੀ ਕੋਈ ਦਿੱਕਤ ਹੁੰਦੀ ਹੈ ਜਾਂ ਫਿਰ ਵੈਸੇ ਹੀ ਉਹ ਸੁਣਨਾ ਨਹੀਂ ਚਾਹੁੰਦੇ ਹੈਗੇ ਉੱਥੇ ਉਹ ਖੁਦ ਨਹੀਂ ਸੁਣਨਾ ਚਾਹੁੰਦੇ ਔਰ ਕੁਝ ਜਿਹੜੇ ਵਾਕਿਆਂ ਨੂੰ ਵੀ ਜਿਹੜਾ ਉੱਥੇ ਡਿਸਟਰਬ ਕਰ ਰਹੇ ਨੇ ਤਾਂ ਉਹ ਇਹੋ ਜਿਹੀਆਂ ਚੀਜ਼ਾਂ ਕਿਉਂ ਕਰ ਰਹੇ ਨੇ ਉਹਨਾਂ ਨੂੰ ਕਿਵੇਂ ਉਸ ਤਰੀਕੇ ਨਾਲ ਜਿਹੜਾ ਰੋਕਿਆ ਜਾ ਸਕਦਾ ਗਾ ਔਰ ਅਗਰ ਕੋਈ ਵਿਦਿਆਰਥੀ ਸਪੀਕਿੰਗ ਕਰ ਰਿਹਾ ਗਾ ਕੋਈ ਬੋਲਚਾਲ ਹੈਗੀ ਆ ਤਾਂ ਉਹਦੇ ਵਿੱਚ ਅਗਰ ਉੱਥੇ ਉਹਦਾ ਕੋਈ ਉਹਦੇ ਅੰਗ ਜਿਵੇਂ ਪ੍ਰੋਨਾਂਸੀਏਸ਼ਨ ਹੋ ਗਿਆ ਉਹਨਾਂ ਦੀ ਸ਼ਬਦਾਵਲੀ ਹੋ ਗਈ ਤਾਂ ਉਹਦੇ ਵਿੱਚ ਕੀ ਉਹ ਗਲਤੀਆਂ ਕਰ ਰਿਹਾ ਉਹ ਕਿਸ ਤਰੀਕੇ ਨਾਲ ਬੋਲ ਰਿਹਾ ਗਾ ਜੇਕਰ ਆਪਾਂ ਗੱਲ ਕਰੀਏ ਭਾਸ਼ਾ ਸਿੱਖਿਆ ਵਿੱਚ ਵਾਚਨ ਦੀ ਤਾਂ ਜਿਹੜਾ ਵਾਚਨ ਉਹ ਕਿਵੇਂ ਕਰ ਰਿਹਾ ਹੈਗਾ ਕਿੰਨੀ ਸਪੀਡ ਨਾਲ ਕਰ ਰਿਹਾ ਹੈਗਾ ਕਿੰਨਾ ਉਹ ਜਿਹੜਾ ਹੈਗਾ ਦੂਸਰਿਆਂ ਨੂੰ ਸਮਝਾਉਣ 'ਚ ਕਾਮਯਾਬ ਹੋ ਰਿਹਾ ਹੈਗਾ ਉਹਦੀ ਆਵਾਜ਼ ਦਾ ਉਤਾਰ ਚੜਾਅ ਕਿੰਨਾ ਕੁ ਸਹੀ ਹੈ ਜਾਂ ਕਿੰਨਾ ਕੁ ਗਲਤ ਹੈ ਅਸੀਂ ਇਹ ਵਿਵਹਾਰ ਉਹਦਾ ਨਿਰੀਖਣ ਕਰ ਸਕਦੇ ਹਾਂ ਇਹਦਾ ਇਹੋ ਜਿਹਾ ਵਿਵਹਾਰ ਆਬਜ਼ਰਵ ਕਰ ਸਕਦੇ ਹਾਂ ਫਿਰ ਆਪਾਂ ਰਾਈਟਿੰਗ ਦੀ ਗੱਲ ਕਰਦੇ ਹਾਂ ਭਾਸ਼ਾ ਸਿੱਖਿਆ ਵਿੱਚ ਲਿਖਣਾ ਸਿੱਖਣਾ ਆਉਣਾ ਵੀ ਬਹੁਤ ਜ਼ਰੂਰੀ ਹੈ ਕਿ ਜਦੋਂ ਬੱਚਾ ਲਿਖ ਰਿਹਾ ਹੁੰਦਾ ਗਾ ਤਾਂ ਉਹਦੀ ਜਿਹੜੀ ਲਿਖਣ ਦੀ ਜਿਹੜੀ ਸਪੀਡ ਆ ਉਹ ਕਿੰਨੀ ਕੁ ਹੈਗੀ ਆ ਉਹਦੀ ਜਿਹੜੀ ਲਿਖਾਵਟ ਆ ਉਹ ਕਿੰਨੀ ਕੁ ਸਾਫ਼ ਹੈ ਜਿਹੜੇ ਅੱਖਰ ਲਿਖ ਰਿਹਾ ਉਹਨਾਂ ਦੀ ਜਿਹੜੀ ਸ਼ੇਪ ਆ ਉਹ ਕਿਸ ਤਰੀਕੇ ਦੀ ਹੈ ਅਗਰ ਉਹਦੀ ਅੱਖਰਾਂ ਦੀ ਸ਼ੇਪ ਗਲਤ ਹੈ ਉਹ ਸਹੀ ਤਰੀਕੇ ਨਾਲ ਨਹੀਂ ਲਿਖ ਰਿਹਾ ਤਾਂ ਉਹਦਾ ਕੀ ਰੀਜ਼ਨ ਹੋ ਸਕਦਾ ਹੈ ਉਹਦੇ ਬੈਠਣ ਦਾ ਤਰੀਕਾ ਹੋ ਸਕਦਾ ਹੈ ਉਹਦਾ ਪੈਨ ਫੜਨ ਦਾ ਤਰੀਕਾ ਹੋ ਸਕਦਾ ਹੈ ਉਹਦੀ ਜਿਹੜੀ ਲਿਖਣ ਦੀ ਡੈਸਕ ਦੀ ਤੇ ਆਪ ਦੀ ਜਿਹੜੀ ਉਚਿਤ ਦੂਰੀ ਆ ਉਹ ਘੱਟ ਵੱਧ ਹੋ ਸਕਦੀ ਹੈ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਇਹ ਗੱਲਾਂ ਨੇ ਇਸ ਚੀਜ਼ ਦੀਆਂ ਆਬਜ਼ਰਵ ਕਰ ਸਕਦੇ ਆਪਾਂ ਬੱਚਿਆਂ ਨੂੰ ਉਹਨੂੰ ਭਾਸ਼ਾ ਚੰਗੀ ਤਰ੍ਹਾਂ ਸਿਖਾਉਣ ਵਿੱਚ ਜਦੋਂ ਆਪਾਂ ਬੱਚਿਆਂ ਨੂੰ ਆਬਜ਼ਰਵ ਕਰਾਂਗੇ ਤਾਂ ਆਪਾਂ ਨੂੰ ਉਹਨਾਂ ਦੀਆਂ ਗਲਤੀਆਂ ਦਾ ਪਤਾ ਲੱਗੂਗਾ ਆਪਾਂ ਨੂੰ ਉਹਨਾਂ ਦੀ ਕਮੀਆਂ ਦਾ ਪਤਾ ਲੱਗੂਗਾ ਤਾਂ ਆਪਾਂ ਜਿਹੜੀ ਕਮੀਆਂ ਨੇ ਜਾਂ ਫਿਰ ਉਹਦੀਆਂ ਜਿਹੜੀਆਂ ਗਲਤੀਆਂ ਨੇ ਆਪਾਂ ਕਹਿ ਸਕਦੇ ਹਾਂ ਤਾਂ ਅਧਿਆਪਕ ਉਹ ਬੜੀ ਚੰਗੀ ਤਰੀਕੇ ਨਾਲ ਤੇ ਬੜੇ ਜਿਹੜੇ ਸੌਖੇ ਤਰੀਕੇ ਨਾਲ ਉਹ ਸੁਧਾਰ ਸਕਦਾ ਹੈ अगर बच्चा लिखावट है जी ਉਹਦੀ नहीं साफ हो ਜਾਂ ਫਿਰ ਉਹਦੀ ਜਿਹੜੀ ਅੱਖਰਾਂ ਦੀ ਬਣਾਵਟ ਆ ਉਹ ਨਹੀਂ ਸਹੀ ਤਾਂ ਅਧਿਆਪਕ ਇਹਨੂੰ ਪ੍ਰੋਪਰ ਬੈਠਣ ਦਾ ਤਰੀਕਾ ਦੱਸ ਸਕਦਾ ਹੈ ਤਾਂ ਉਹਨੂੰ ਪੈਨ ਫੜਨ ਦਾ ਜਿਹੜਾ ਤਰੀਕਾ ਦੱਸ ਸਕਦਾ ਹੈ ਤੇ ਉਹਦੀ ਜਿਹੜੀ ਅੱਖਰਾਂ ਦੀ ਸ਼ੇਪ ਆ ਉਹ ਸੁਧਾਰੀ ਜਾ ਸਕਦੀ ਹੈ ਉੱਥੇ ਵਾਚਨ ਕਰਨ ਦੇ ਤਰੀਕੇ ਵਿੱਚ ਜਿਹੜੇ ਅਧਿਆਪਕ ਹੈ ਬੱਚਿਆਂ ਨੂੰ ਦੱਸ ਸਕਦਾ ਹੈ ਕਿ ਆਪਾਂ ਜਿਹੜੀ ਗਤੀ ਆ ਉਹ ਜਿਹੜੀ ਭਾਸ਼ਾ ਦਾ ਪ੍ਰਵਾਹ ਉਹ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਹੈ ਪੜ੍ਹਨ ਦੀ ਜਿਹੜੀ ਸਾਡੀ ਗਤੀ ਉਹ ਕਿੰਨੀ ਕੁ ਹੋਣੀ ਚਾਹੀਦੀ ਉਹ ਹਮੇਸ਼ਾ ਦਰਮਿਆਨੀ ਰੱਖਣੀ ਚਾਹੀਦੀ ਹੈ ਆਪਣੀ ਜਿਹੜੀ ਆਵਾਜ਼ ਹੈ ਉਹ ਨਾ ਜ਼ਿਆਦਾ ਉੱਚੀ ਹੋਣੀ ਚਾਹੀਦੀ ਔਰ ਨਾ ਹੀ ਜ਼ਿਆਦਾ ਜਿਹੜੀ ਘੱਟ ਹੋਣੀ ਚਾਹੀਦੀ ਹੈ ਤਾਂ ਮੱਧਮ ਆਵਾਜ਼ ਵਿੱਚ ਆਪਾਂ ਪੜ੍ਹ ਸਕਦੇ ਹਾਂ ਦੂਸਰਾ ਆਪਾਂ ਆਪਣਾ ਜਿਹੜਾ ਜੋ ਕੁਝ ਆਪਾਂ ਪੜ੍ਹ ਕੇ ਸੁਣਾ ਰਹੇ ਹਾਂ ਉਹਦਾ ਜਿਹੜਾ ਸਹੀ ਅਰਥਾਂ ਵਿੱਚ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਸਹੀ ਅਰਥ ਪਹੁੰਚਾਉਣ ਲਈ ਕੀ ਆਪਣੀ ਜਿਹੜੀ ਆਵਾਜ਼ ਦਾ ਉਤਾਰ ਤੇ ਚੜਾਅ ਇਹ ਵੀ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਤਾਂ ਆਪਾਂ ਬੱਚਿਆਂ ਨੂੰ ਆਵਾਜ਼ ਦੇ ਉਤਾਰ ਚੜਾਅ ਬਾਰੇ ਦੱਸ ਸਕਦੇ ਹਾਂ ਤਾਂ ਕਿ ਜਿਹੜਾ ਮੀਨਿੰਗ ਉਹ ਸਹੀ ਤਰੀਕੇ ਨਾਲ ਜਿਹੜਾ ਗੱਲਾਂ ਵਿਸ਼ੇ ਵਸਤੂ ਜੋ ਪੜ੍ਹਿਆ ਜਾ ਰਿਹਾ ਉਹਦਾ ਜਿਹੜਾ ਸਹੀ ਅਰਥ ਉਹ
ਸਰੋਤਿਆਂ ਤੱਕ ਪਹੁੰਚ ਸਕੇ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਨਿਰੀਖਣ ਵਿਧੀ ਇੱਕ ਅਜਿਹੀ ਵਿਧੀ ਹੈ ਜਿਸ ਦਾ ਪ੍ਰਯੋਗ ਅਧਿਆਪਕ ਜਿੱਥੇ ਚਾਹੇ ਤੇ ਜਿਵੇਂ ਚਾਹੇ ਕਰ ਸਕਦਾ ਹੈ ਆਪਣੇ ਜਿਹੜੇ ਵਿਦਿਆਰਥੀਆਂ ਨੂੰ ਆਬਜ਼ਰਵ ਕਰਨ ਵਾਸਤੇ। ਇੱਥੇ ਕਿਸੇ ਜਿਹੜਾ ਵਿਸ਼ੇਸ਼ ਪ੍ਰਕਾਰ ਦੇ ਕੋਈ ਟੂਲਸ ਹੁੰਦੇ ਨੇ, ਕੋਈ ਉਪਕਰਨ ਹੁੰਦੇ ਨੇ, ਉਹਨਾਂ ਨੂੰ ਸਪੈਸ਼ਲ ਲੈਣ ਦੀ ਜ਼ਰੂਰਤ ਨਹੀਂ ਹੁੰਦੀ। ਤਾਂ ਬਿਨਾਂ ਕਿਸੇ ਖਰਚੇ ਦੇ, ਬਿਨਾਂ ਕਿਸੇ ਸਪੈਸ਼ਲ ਜਿਹੜੇ ਉਪਕਰਨ ਦੇ ਇਹ ਵਿਦਿਆਰਥੀਆਂ ਦਾ ਜਿਹੜਾ ਨਿਰੀਖਣ ਉਹ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਦੇ ਜਿਹੜੇ ਭਾਸ਼ਾ ਸੰਬੰਧੀ ਦੋਸ਼ ਹੁੰਦੇ ਨੇ ਉਹ ਦੂਰ ਕੀਤੇ ਜਾ ਸਕਦੇ ਨੇ ਅਗਰ ਉਹ ਬੋਲਣ 'ਚ ਜਾਂ ਫਿਰ ਪੜ੍ਹਨ ਵਿੱਚ ਜਾਂ ਫਿਰ ਲਿਖਣ ਵਿੱਚ ਅਗਰ ਵਿਦਿਆਰਥੀ ਅਸ਼ੁੱਧੀਆਂ ਕਰਦਾ ਤਾਂ ਅਸੀਂ ਉਹਨਾਂ ਅਸ਼ੁੱਧੀਆਂ ਨੂੰ ਉੱਥੇ ਦੂਰ ਕਰਕੇ ਉਹਨਾਂ ਦਾ ਜਿਹੜਾ ਸ਼ੁੱਧ ਰੂਪ ਵਿੱਚ ਭਾਸ਼ਾ ਉਹਨਾਂ ਨੂੰ ਲਿਖਣਾ ਸਿਖਾ ਸਕਦੇ ਹਾਂ, ਉਹਨਾਂ ਨੂੰ ਪੜ੍ਹਨਾ ਸਿਖਾ ਸਕਦੇ ਹਾਂ ਔਰ ਉਹਨਾਂ ਨੂੰ ਬੋਲਣਾ ਉੱਥੇ ਸਿਖਾ ਸਕਦੇ ਹਾਂ, ਜਿਸ ਨਾਲ ਕੀ ਹੁੰਦਾ ਉਹਨਾਂ ਦੇ ਭਾਸ਼ਾ ਉੱਪਰ ਜਿਹੜਾ ਅਧਿਕਾਰ ਹੈ ਉਹ ਹੋਣ ਦੀ ਜਿਹੜੀ ਸੰਭਾਵਨਾ ਉਹ ਵੱਧ ਜਾਂਦੀ ਹੈ। ਤੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਨਿਰੀਖਣ ਵਿਧੀ ਆ ਉਹ ਭਾਸ਼ਾ ਸਿੱਖਿਆ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਆਪਣੀ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ ਵਿਦਿਆਰਥੀਆਂ ਦਾ ਭਾਸ਼ਾ ਉੱਪਰ ਅਧਿਕਾਰ ਬਣਾਉਣ ਵਾਸਤੇ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਕੀ ਲਾਭ ਨੇ। ਜਿਹੜੀ ਨਿਰੀਖਣ ਵਿਧੀ ਆ ਇਹ ਬਹੁਤ ਚੰਗੀ ਹੈ, ਇਸ ਦੇ ਬਹੁਤ ਸਾਰੇ ਲਾਭ ਨੇ, ਪਰ ਹੈ ਕਿਹੜੇ ਲਾਭ ਨੇ, ਸਾਨੂੰ ਕੀ ਜਿਹੜੇ ਫਾਇਦੇ ਨੇ ਇਹ ਹੋ ਸਕਦੇ ਨੇ, ਕੀ ਫਾਇਦੇ ਜਿਹੜੇ ਅਧਿਆਪਕ ਨੂੰ ਹੋ ਸਕਦੇ ਨੇ ਔਰ ਕਿਹੜੇ ਜਿਹੜੇ ਫਾਇਦੇ ਆਪਾਂ ਕਹਿ ਸਕਦੇ ਹਾਂ ਕਿ ਉਹ ਵਿਦਿਆਰਥੀਆਂ ਨੂੰ ਹੋ ਸਕਦੇ ਆ। ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਹੜੀ ਪੰਜਾਬੀ ਭਾਸ਼ਾ ਉਹਨਾਂ ਦੇ ਜਿਹੜੇ ਦੋਸ਼ ਨੇ, ਉਹਨਾਂ ਦੇ ਜਿਹੜੀਆਂ ਤਰੁੱਟੀਆਂ ਨੇ ਉਹ ਇੱਥੇ ਖਤਮ ਹੋ ਸਕਦੀਆਂ ਨੇ, ਉਹਨਾਂ ਦੇ ਕਾਰਨਾਂ ਦਾ ਪਤਾ ਜਿਹੜਾ ਲਗਾਇਆ ਜਾ ਸਕਦਾ ਹੈ। ਆਪਾਂ ਪੁਆਇੰਟ ਟੂ ਪੁਆਇੰਟ ਗੱਲ ਕਰਦੇ ਹਾਂ ਉੱਥੇ। ਜਿਹੜੇ ਇਹਦੇ ਲਾਭ ਨੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਜਿਹੜੇ ਭਾਸ਼ਾ ਦਾ ਸੁਧਾਰ ਹੋ ਸਕਦਾ ਹੈ। ਜਿਹੜੇ ਨਿਰੀਖਣ ਵਿਧੀ ਰਾਹੀਂ ਕੀ ਹੈ ਭਾਸ਼ਾ ਸੁਧਾਰ ਦੀ ਗੱਲ ਕਰਦੇ ਹਾਂ ਆਪਾਂ। ਭਾਸ਼ਾ ਸੁਧਾਰ ਦੀ ਗੱਲ ਕਿਵੇਂ ਹੋ ਸਕਦੀ ਹੈ ਕਿ ਅਸੀਂ ਜਦੋਂ ਬੱਚਿਆਂ ਨੂੰ ਆਬਜ਼ਰਵ ਕਰਾਂਗੇ, ਵਿਦਿਆਰਥੀਆਂ ਨੂੰ ਆਬਜ਼ਰਵ ਕਰਾਂਗੇ ਤਾਂ ਆਪਾਂ ਉਹਨਾਂ ਦੀ ਭਾਸ਼ਾ ਵਿੱਚ ਜਿਹੜੀਆਂ ਵੀ ਅਸ਼ੁੱਧੀਆਂ ਨੇ, ਜਿਹੜੀਆਂ ਵੀ ਤਰੁੱਟੀਆਂ ਨੇ, ਅਸੀਂ ਉਹਨਾਂ ਦਾ ਪਤਾ ਲਗਾ ਸਕਦੇ ਹਾਂ। ਉਹ ਦੋਸ਼ਾਂ ਦਾ ਪਤਾ ਲਗਾ ਕੇ ਫਿਰ ਅਸੀਂ ਕੀ ਉਹ ਦੋਸ਼ਾਂ ਨੂੰ ਸੁਧਾਰ ਸਕਦੇ ਹਾਂ। ਅਸੀਂ ਵਿਦਿਆਰਥੀਆਂ ਨੂੰ ਦੱਸ ਸਕਦੇ ਹਾਂ ਕਿ ਉਹ ਕਿਹੜੀਆਂ ਗਲਤੀਆਂ ਕਰ ਰਹੇ ਨੇ, ਕਿੱਥੇ ਜਿਹੜੀਆਂ ਗਲਤੀਆਂ ਕਰ ਰਹੇ ਨੇ ਤੇ ਕਿਸ ਕਾਰਨ ਨਾਲ ਗਲਤੀਆਂ ਕਰ ਰਹੇ ਨੇ, ਉਹਨਾਂ ਕਾਰਨਾਂ ਦਾ ਪਤਾ ਲਾ ਸਕਦੇ ਹਾਂ। ਤਾਂ ਉਸ ਤੋਂ ਬਾਅਦ ਜਦੋਂ ਕਾਰਨਾਂ ਦਾ ਪਤਾ ਲੱਗ ਗਿਆ ਤਾਂ ਅਸੀਂ ਕੀ ਆ ਭਾਸ਼ਾ ਵਿੱਚ ਸੁਧਾਰ ਲਿਆ ਸਕਦੇ ਹਾਂ, ਜਿਨ੍ਹਾਂ ਦੇ ਆਧਾਰ ਤੇ ਅਸੀਂ ਜਿਹੜਾ ਭਾਸ਼ਾ ਸੁਧਾਰਨ ਲਈ ਯੋਗ ਉਪਚਾਰ ਉਹ ਕਰ ਸਕਦੇ ਹਾਂ ਤੇ ਭਾਸ਼ਾ ਦੀਆਂ ਤਰੁੱਟੀਆਂ ਨੂੰ ਤੇ ਭਾਸ਼ਾ ਦੀਆਂ ਸ਼ੁੱਧੀਆਂ ਨੂੰ ਦੂਰ ਕਰਨ ਵਿੱਚ ਜਿਹੜੀ ਨਿਰੀਖਣ ਵਿਧੀ ਆ ਬਹੁਤ ਮਹੱਤਵਪੂਰਨ ਹੈ। ਅੱਗੇ ਆਪਾਂ ਗੱਲ ਕਰ ਸਕਦੇ ਹਾਂ ਉਹਦੀ ਮਨੋਪ੍ਰਵਿਰਤੀਆਂ ਨੂੰ ਜਾਣ ਸਕਦੇ ਹਾਂ। ਮਨੋਪ੍ਰਵਿਰਤੀਆਂ ਦੀ ਜਾਣਕਾਰੀ ਅਸੀਂ ਲੈ ਸਕਦੇ ਹਾਂ। ਮਨੋਪ੍ਰਵਿਰਤੀ ਦੀ ਜਾਣਕਾਰੀ, ਵਿਦਿਆਰਥੀ ਦੇ ਮਨ ਅੰਦਰ ਕੀ ਚੱਲ ਰਿਹਾ ਹੈਗਾ, ਠੀਕ ਆ, ਅਸੀਂ ਇਹਦਾ ਅਨੁਮਾਨ ਲਾ ਸਕਦੇ ਹਾਂ। ਵਿਅਕਤੀ ਦੇ ਵਿਵਹਾਰ ਦਾ ਜਿਹੜਾ ਨਿਰੀਖਣ ਕਰਕੇ ਉਸਦੇ ਮਨ ਅੰਦਰ ਹੋ ਰਹੀ ਜਿਹੜੀ ਕਿਰਿਆ ਉਸਦਾ ਅਸੀਂ ਅਨੁਮਾਨ ਲਾ ਸਕਦੇ ਹਾਂ ਕਿ ਵਿਦਿਆਰਥੀ ਕੀ ਚਾਹੁੰਦਾ ਗਾ। ਇਸ ਕਰਕੇ ਇਸ ਨਿਰੀਖਣ ਵਿਧੀ ਦੁਆਰਾ ਜਿਹੜੇ ਵਿਦਿਆਰਥੀ ਹੁੰਦਾ ਉਸਦੀ ਅਸਲੀਅਤ ਦਾ ਪਤਾ ਚੱਲ ਸਕਦਾ ਹੈ। ਇਸ ਵਿੱਚ ਜਿਹੜਾ ਬਨਾਵਟੀਪਨ ਆ ਉਹ ਨਹੀਂ ਹੁੰਦਾ, ਮਨ ਦੀ ਗੱਲ ਜਿਹੜੀ ਉਹ ਬਾਹਰ ਆਉਂਦੀ ਹੈ, ਕਿਉਂਕਿ ਇੱਥੇ ਵਿਦਿਆਰਥੀ ਨੂੰ ਨਹੀਂ ਪਤਾ ਹੁੰਦਾ ਕਿ ਉਹਨੂੰ ਅਬਜ਼ਰਵ ਕੀਤਾ ਜਾ ਰਿਹਾ। ਇਹ ਇੱਕ ਜਿਹੜੀ ਪ੍ਰੋਸੈਸ ਆ ਉਹ ਨੈਚੁਰਲ ਵੇ ਨਾਲ ਹੁੰਦੀ ਆ, ਕਿਉਂਕਿ ਜਦੋਂ ਪਤਾ ਲੱਗ ਜਾਂਦਾ ਤਾਂ ਫਿਰ ਜਿਹੜਾ ਉਹਦਾ ਵਿਵਹਾਰ ਉਹ ਬਦਲ ਜਾਂਦਾ। ਇਸ ਕਰਕੇ ਜਿਹੜਾ ਨਿਰੀਖਣ ਵਿਧੀ ਆ, ਆਬਜ਼ਰਵੇਸ਼ਨ ਮੈਥਡ ਆ, ਜੋ ਇਹਦੇ ਵਿੱਚ ਵਿਦਿਆਰਥੀ ਦੀ ਜਾਂ ਫਿਰ ਕਿਸੇ ਵਿਅਕਤੀ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ, ਕਿਉਂਕਿ ਜਿਹੜੀਆਂ ਮਨੋਪ੍ਰਵਿਰਤੀਆਂ ਦੀ ਜਾਣਕਾਰੀ ਉਹ ਸਾਨੂੰ ਹੋ ਜਾਂਦੀ ਹੈ। ਤੇ ਨਿਰੀਖਣ ਵਿਧੀ ਮਨੋਪ੍ਰਵਿਰਤੀਆਂ ਜਾਣਨ ਵਿੱਚ ਵੀ ਜਿਹੜੀ ਸਹਾਇਕ ਹੁੰਦੀ ਹੈ। ਅੱਗੇ ਆਪਾਂ ਗੱਲ ਕਰ ਸਕਦੇ ਹਾਂ ਮਨ ਦਾ ਅਧਿਐਨ। ਮਨੋਪ੍ਰਵਿਰਤੀਆਂ ਦੇ ਵਿੱਚ ਹੀ ਆਉਂਦਾ ਗਾ ਕਿ ਅਸੀਂ ਉਹਦੇ ਮਨ ਦਾ ਅਧਿਐਨ ਕਰ ਸਕਦੇ ਹਾਂ, ਤਾਂ ਉਹਦੇ ਉਹਨੂੰ ਉੱਤੇ ਜਿਹੜੇ ਸੁਭਾਵਿਕ ਵਾਤਾਵਰਣ ਵਿੱਚ ਆਪਾਂ ਕੰਮ ਕਰਦੇ ਹਾਂ ਉਸਨੂੰ ਦੇਖ ਸਕਦੇ ਹਾਂ। ਅੱਗੇ ਆਪਾਂ ਗੱਲ ਕਰ ਸਕਦੇ ਹਾਂ ਸਿੱਟਿਆਂ ਦੀ ਪੜਤਾਲ। ਕਿ ਇਸ ਵਿਧੀ ਦੁਆਰਾ ਜਿਹੜੇ ਵੀ ਸਿੱਟੇ ਕੱਢੇ ਜਾਂਦੇ ਨੇ, ਜੋ ਵੀ ਰਿਜ਼ਲਟ ਆਉਂਦੇ ਨੇ, ਅਸੀਂ ਉਹਨਾਂ ਦੀ ਜਿਹੜੀ ਪੜਤਾਲ ਹੈ ਉਹ ਕਰ ਸਕਦੇ
सकते हैं, क्योंकि ਅਸੀਂ ਜਿਹੜਾ ਆਪਣੇ ਸਾਹਮਣੇ ਵਾਲੇ ਵਿਅਕਤੀ ਦੇ ਜਿਹੜਾ ਨਿਰੀਖਣ ਉਹ ਕਰ ਰਹੇ ਹੁੰਦੇ ਆ, ਤਾਂ ਇਸ ਕਰਕੇ ਉਹਦੇ ਜਿਹੜੇ ਰਿਜ਼ਲਟ ਆਉਂਦੇ ਨੇ ਸਾਨੂੰ ਉਹਦੀ ਇੰਪਰੂਵਮੈਂਟ ਰਾਹੀਂ ਉਹਦੇ ਜਿਹੜੇ ਸਿੱਟੇ ਨੇ ਉਹਨਾਂ ਦੀ ਪੜਤਾਲ ਹੋ ਜਾਂਦੀ ਆ ਕਿ ਇਹਦਾ ਜੋ ਅਸੀਂ ਓਬਜ਼ਰਵ ਕੀਤਾ ਇਹਨੂੰ ਕਿ ਇਹਦੇ ਵਿੱਚ ਜਿਹੜੀਆਂ ਸੀਗੀਆਂ ਭਾਸ਼ਾ ਸਿੱਖਿਆ ਸੰਬੰਧੀ ਗਲਤੀਆਂ ਸੀਗੀਆਂ ਔਰ ਕਿਵੇਂ ਅਸੀਂ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ, ਔਰ ਜੋ ਉਹਦੇ 'ਚ ਇੰਪਰੂਵਮੈਂਟ ਹੋਈ ਜੋ ਸੁਧਾਰ ਹੁੰਦੇ ਉਹਦੇ ਰਾਹੀਂ ਅਸੀਂ ਕੀ ਆ ਜੋ ਰਿਜ਼ਲਟ ਆਉਂਦੇ ਨੇ ਜੋ ਸਿੱਟੇ ਨਿਕਲ ਕੇ ਸਾਹਮਣੇ ਆਉਂਦੇ ਅਸੀਂ ਉਹਦੀ ਜਿਹੜੀ ਪੜਤਾਲ ਆ ਉਹ ਕਰ ਸਕਦੇ ਹਾਂ। ਅੱਗੇ ਆਪਾਂ ਗੱਲ ਕਰ ਸਕਦੇ ਹਾਂ ਕਿ ਇਸ ਵਿਧੀ ਨੂੰ ਕਈ ਸਥਿਤੀਆਂ ਵਿੱਚ ਇੱਕੋ ਸਮੇਂ ਵਰਤਿਆ ਜਾ ਸਕਦਾ ਹੈ। ਕਈ ਸਥਿਤੀਆਂ ਵਿੱਚ ਇੱਕੋ ਸਮੇਂ ਵਰਤਿਆ ਜਾ ਸਕਦਾ ਹੈ। ਕਿ ਜਦੋਂ ਆਪਾਂ ਕਿਸੇ ਨੂੰ ਓਬਜ਼ਰਵ ਕਰ ਰਹੇ ਹੁੰਦੇ ਆ ਤਾਂ ਜਿਹੜੀ ਇਹ ਨਿਰੀਖਣ ਵਿਧੀ ਆ ਜੋ ਓਬਜ਼ਰਵੇਸ਼ਨ ਆ ਤਾਂ ਇਹ ਕਈ ਸਥਿਤੀਆਂ ਵਿੱਚ ਇੱਕੋ ਸਮੇਂ ਵਰਤੀ ਜਾ ਸਕਦੀ ਹੈ। ਉਹਦੇ ਜਿਹੜੇ ਅਲੱਗ-ਅਲੱਗ ਵਿਵਹਾਰਾਂ ਦਾ ਜਿਹੜਾ ਪੱਖ ਹੁੰਦਾ ਗਾ ਤਾਂ ਕਈ ਵਿਵਹਾਰਾਂ ਦੇ ਅਲੱਗ-ਅਲੱਗ ਪੱਖਾਂ ਨੂੰ ਆਪਾਂ ਇੱਕੋ ਹੀ ਜਿਹੜੇ ਸਮੇਂ ਉੱਤੇ ਉਹ ਦੇਖ ਸਕਦੇ ਹਾਂ। ਤਾਂ ਇਸ ਕਰਕੇ ਕਹਿ ਸਕਦੇ ਹਾਂ ਕਿ ਜਿਹੜੀਆਂ ਕਈ ਸਥਿਤੀਆਂ ਵਿੱਚ ਆਪਾਂ ਇਸ ਨੂੰ ਵਰਤ ਸਕਦੇ ਹਾਂ। ਜੇਕਰ ਭਾਸ਼ਾ ਸਿੱਖਿਆ ਦੀ ਗੱਲ ਕਰੀਏ ਤਾਂ ਆਪਾਂ ਉਹਦੀ ਜਿਹੜੀ ਪੜ੍ਹਨ ਦਾ ਤਰੀਕਾ ਹੈ ਜਾਂ ਫਿਰ ਉਹਦਾ ਲਿਖਣ ਦਾ ਤਰੀਕਾ ਹੈ ਜਾਂ ਬੋਲਣ ਦਾ ਤਰੀਕਾ ਹੈ, ਤਾਂ ਇਹ ਸਾਰੇ ਵਿਵਹਾਰਾਂ ਨੂੰ ਆਪਾਂ ਇੱਕੋ ਹੀ ਸਮੇਂ ਆਪਾਂ ਉਹਨੂੰ ਚੈੱਕ ਕਰ ਸਕਦੇ ਹਾਂ, ਇੱਕੋ ਹੀ ਵਾਰੀ ਆਪਾਂ ਉਹਨੂੰ ਅਬਜ਼ਰਵ ਕਰ ਸਕਦੇ ਹਾਂ। ਤਾਂ ਇਹ ਹੋਰ ਕੀ ਹੈ, ਇਹ ਵਿਧੀ ਦੀ ਹੋਰ ਕੀ ਖਾਸੀਅਤ ਹੈ, ਸਸਤੀ ਹੈ। ਮਤਲਬ ਇੱਥੇ ਕੀ ਹੈ, ਖਰਚ ਬਿਲਕੁਲ ਵੀ ਨਹੀਂ ਹੈਗਾ, ਬਿਲਕੁਲ ਨਾ ਦੇ ਬਰਾਬਰ ਹੈ, ਬਹੁਤ ਘੱਟ ਖਰਚ ਹੈ, ਸਸਤੀ ਵਿਧੀ ਆ। ਇੱਥੇ ਆਪਾਂ ਨੂੰ ਕੋਈ ਸਪੈਸ਼ਲ ਉਪਕਰਨ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਗੀ, ਆਪਾਂ ਨੂੰ ਕਿਸੇ ਖਾਸ ਜਗ੍ਹਾ ਤੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਆਪਾਂ ਨਾਰਮਲੀ ਜਿਵੇਂ ਪਹਿਲਾਂ ਕਲਾਸ ਵਿੱਚ ਜਾਂਦੇ ਆ, ਬੱਚਿਆਂ ਨਾਲ ਬਿਹੇਵ ਕਰਦੇ ਆ, ਆਪਾਂ ਬੱਚਿਆਂ ਦਾ ਬਿਹੇਵੀਅਰ ਹੁੰਦਾ, ਬੱਚਿਆਂ ਨੂੰ ਜੋ ਪੜ੍ਹਾਉਣਾ, ਬੱਚਿਆਂ ਤੋਂ ਜੋ ਸੁਣਨਾ, ਆਪਾਂ ਉਸੇ ਹੀ ਦੌਰਾਨ ਹੀ ਆਪਾਂ ਬੱਚਿਆਂ ਦਾ ਜਿਹੜਾ ਨਿਰੀਖਣ ਕਰ ਸਕਦੇ ਹਾਂ, ਜਾਂ ਆਪਾਂ ਕਿਸੇ ਹੋਰ ਵਿਅਕਤੀ ਦਾ ਵੀ ਨਾਰਮਲੀ ਜਿਵੇਂ ਆਪਾਂ ਬਾਕੀ ਦਿਨਾਂ 'ਚ ਉਹਦੇ ਨਾਲ ਬਿਹੇਵ ਕਰਦੇ ਆ ਜਾਂ ਬਾਕੀ ਦਿਨਾਂ 'ਚ ਉੱਥੇ ਰਹਿ ਰਹੇ ਆ, ਇਸ ਤਰੀਕੇ ਨਾਲ ਹੀ ਨਿਰੀਖਣ ਦੇ ਟਾਈਮ 'ਤੇ ਆਪਾਂ ਉਹਦੇ ਨਾਲ ਉੱਥੇ ਉਸੇ ਤਰੀਕੇ ਨਾਲ ਬਿਹੇਵ ਕਰਨਾ ਹੈ। ਸਾਰਾ ਜਿਹੜਾ ਪ੍ਰੋਸੀਜਰ ਆ ਉਹ ਉਹਦੇ ਹੀ ਤਰੀਕੇ ਨਾਲ ਜਿਵੇਂ ਪਹਿਲਾਂ ਚੱਲ ਰਿਹਾ ਹੁੰਦਾ ਗਾ ਉਸ ਤਰੀਕੇ ਨਾਲ ਚੱਲਦਾ ਰਹਿੰਦਾ ਗਾ। ਤੇ ਪਰ ਕੀ ਹੁੰਦਾ ਗਾ, ਆਪਾਂ ਜਿਹੜਾ ਅਬਜ਼ਰਵ ਉਹਨੂੰ ਕਰ ਰਹੇ ਹੁੰਦੇ ਆ, ਤੇ ਇਸ ਕਰਕੇ ਕੀ ਹੈ, ਇਹ ਸਸਤੀ ਆ, ਨਾ ਇਹਦੇ ਵਿੱਚ ਕੋਈ ਉਪਕਰਨ ਦੀ ਜ਼ਰੂਰਤ ਹੈ, ਨਾ ਆਪਾਂ ਨੂੰ ਕੋਈ ਥਾਂ ਕੋਈ ਸਪੈਸ਼ਲ ਜਗ੍ਹਾ ਸਿਲੈਕਟ ਕਰਨ ਦੀ ਜ਼ਰੂਰਤ ਹੈ, ਨਾ ਕੋਈ ਖਾਸ ਟਾਈਮ ਕੱਢਣਾ ਪੈਂਦਾ ਇਹਦੇ ਵਿੱਚ। ਤੇ ਇਸ ਕਰਕੇ ਕੀ ਕਹਿ ਸਕਦੇ ਹਾਂ ਆਪਾਂ, ਇਹ ਬਹੁਤ ਹੀ ਜ਼ਿਆਦਾ ਜਿਹੜੀ ਸਸਤੀ ਵਿਧੀ ਹੈ। ਇਹਦੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇਸ ਵਿਧੀ ਪ੍ਰਯੋਗ ਵਿਧੀ ਦੇ ਮੇਲ ਦੁਆਰਾ ਇਸ ਵਿਧੀ ਨੂੰ ਕੀ ਆ ਵਿਗਿਆਨਿਕ ਵੀ ਬਣਾਇਆ ਜਾ ਸਕਦਾ ਹੈ। ਜੋ ਸਿੱਟੇ ਨਿਕਲਦੇ ਹਨ ਉਹਨਾਂ ਨੂੰ ਚੈੱਕ ਕਰਨਾ ਜਾਂ ਫਿਰ ਉਹ ਸਿੱਟਿਆਂ ਕੱਢਣ ਲਈ ਕੋਈ ਪ੍ਰਯੋਗ ਕੀਤੇ ਜਾ ਸਕਦੇ ਨੇ, ਤੇ ਇਸ ਵਿਧੀ ਨੂੰ ਆਪਾਂ ਇੱਕ ਵਿਗਿਆਨਿਕ ਵਿਧੀ ਵੀ ਜਿਹੜੇ ਬਣਾ ਸਕਦੇ ਹਾਂ। ਇਹ ਤਾਂ ਗੱਲ ਸੀਗੀ ਕਿ ਇਹਦੇ ਜਿਹੜੇ ਨਿਰੀਖਣ ਵਿਧੀ ਦੇ ਲਾਭ ਨੇ, ਕੀ ਜਿਹੜੇ ਇਹਦੇ ਫਾਇਦੇ ਨੇ। ਹੁਣ ਆਪਾਂ ਗੱਲ ਕਰਦੇ ਹਾਂ, ਦੇਖੋ ਹਰ ਇੱਕ ਵਿਧੀ ਲਗਾ ਲਓ, ਕੁਝ ਵੀ ਲਗਾ ਲਓ, ਹਰ ਇੱਕ ਚੀਜ਼ ਦੇ ਜਿੱਥੇ ਉਹਦਾ ਇੱਕ ਚੰਗਾ ਪੱਖ ਹੁੰਦਾ ਉੱਥੇ ਕੀ ਹੈ, ਇੱਕ ਉਹਦੇ ਕੁਝ ਜਿਹੜੇ ਨੇ त्रुटियां भी ਹੁੰਦੀਆਂ ਨੇ, ਉਹਦੇ ਵਿੱਚ ਕੁਝ ਜਿਹੜੀਆਂ ਕਮੀਆਂ ਵੀ ਹੁੰਦੀਆਂ ਨੇ। ਜੇ ਆਪਾਂ ਗੱਲ ਕਰੀਏ ਕਿ ਇਹਦੇ ਕੀ ਡਿਫੈਕਟ ਨੇ, ਇਹਦੀਆਂ ਜਿਹੜੀਆਂ ਕੀ ਆਪਾਂ ਕਮੀਆਂ ਕਹਿ ਸਕਦੇ ਨੇ ਇਹਦੇ ਵਿੱਚ ਨਿਰੀਖਣ ਵਿਧੀ ਵਿੱਚ ਕਿਹੜੀਆਂ ਜਿਹੜੀਆਂ ਕਮੀਆਂ ਹੋ ਸਕਦੀਆਂ ਨੇ, ਉਤਰੀਆਂ ਵੀ ਕਹਿ ਸਕਦੇ ਆਪਾਂ ਇਹਨਾਂ ਨੂੰ, ਕਮੀਆਂ ਵੀ ਕਹਿ ਸਕਦੇ ਹਾਂ, डिफेक्ट कह सकते हैं। की डिफेक्ट होंगे ने, कई बार की होंदा कि बिना जरूरत का जो समान है वो इकट्ठा कर लिया जाता है, जिहदे की होंदा गा समा भी वध लगदा गा, और उहदी जिहड़ी अध्यापक दी लगा लो, या फिर जिहड़ा ऑब्जर्वर है उहदी मेहनत भी ज़्यादा लगती है और समा भी जिहड़ा वध लग जाता, ते समय की जिहड़ी खराब समय की जिहड़ी और जिहड़ी ताकत कह ली आप, मेहनत का जोड़ा उत्थे नुकसान होंदा गा। इस करके की है ये जिहड़ियां बहुत ही ध्यान रखना चाहिए कि सानू किसी उपकरण की जरूरत हैगी भी है, किसी सामग्री की जरूरत हैगी भी है जां नहीं। इस करके गैर सामग्री जो इकट्ठी हो जाती है तो वह किसी काम लई यूज नहीं होंदी हैगी, तो उत्थे समय की भी जिहड़ी और मेहनत का भी जिहड़ा उत्थे नाश हो जाता गा। दूसरी गल हुंदी है कि निरीक्षण करने लई भी बंदे का परफेक्ट होना जरूरी है। किसी अगर कोई अध्यापक निरीक्षण कर रहा है तो उन्होंने जिहड़ी निरीक्षण दीयां जिहड़ियां बरीकियां ने वो आउणियां बहुत ज़्यादा
ਜ਼ਰੂਰੀ ਨੇ। ਹਰ ਕੋਈ ਅਧਿਆਪਕ ਜਾਂ ਹਰ ਕੋਈ ਪਰਸਨ ਉਹ ਇੱਕ ਚੰਗਾ ਨਿਰੀਖਣਕਾਰ ਨਹੀਂ ਹੋ ਸਕਦਾ। ਉਹਦੇ ਲਈ ਉਹਨੂੰ ਅਨੁਭਵ ਦੀ ਲੋੜ ਹੁੰਦੀ ਹੈ, ਉਹਦੇ ਲਈ ਉਹਨੂੰ ਪ੍ਰੈਕਟਿਸ ਦੀ ਲੋੜ ਪੈਂਦੀ ਹੁੰਦੀ ਹੈ ਇੱਕ ਚੰਗਾ ਜਿਹੜਾ ਨਿਰੀਖਣਕਾਰ ਬਣਨ ਵਾਸਤੇ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਨਿਰੀਖਣ ਕਰਨ ਵਾਸਤੇ ਸਾਨੂੰ ਇੱਕ ਜਿਹੜਾ ਐਕਸਪੀਰੀਅੰਸ ਟੀਚਰ ਹੈ ਉਹਦੀ ਜ਼ਰੂਰਤ ਹੁੰਦੀ ਆ। ਉਹਦੇ ਬਿਨਾਂ ਕਿ ਜਿਹੜਾ ਨਿਰੀਖਣ ਉਹ ਸਕਸੈਸ ਨਹੀਂ ਹੋ ਸਕਦਾ। ਮਤਲਬ ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਪੂਰਨ ਤੌਰ ਤੇ ਜਿਹੜਾ ਨਿਰੀਖਣ ਹੋ ਸਕਦਾ, ਸਫਲ ਰੂਪ ਵਿੱਚ ਨਿਰੀਖਣ ਹੋ ਗਿਆ। ਇਸ ਕਰਕੇ ਵਿਸ਼ੇਸ਼ ਨਿਰੀਖਣ ਜਾਂ ਫਿਰ ਨਿਰੀਖਣ ਦੀਆਂ ਹਰ ਬਰੀਕੀਆਂ ਨੂੰ ਪੂਰਾ ਕਰਨ ਲਈ ਸਾਨੂੰ ਜਿਹੜਾ ਇੱਕ ਚੰਗਾ ਨਿਰੀਖਣ ਕਰਤਾ ਉਸ ਦੀ ਜਿਹੜੀ ਲੋੜ ਹੈ ਉਹ ਹੁੰਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਹਰ ਸਕੂਲ ਵਿੱਚ ਜਾਂ ਫਿਰ ਹਰ ਅਧਿਆਪਕ ਇਸ ਚੀਜ਼ ਵਿੱਚ ਇੰਟਰਸਟਿਡ ਨਹੀਂ ਹੁੰਦਾ। ਉਹਦਾ ਕੰਮ ਹੁੰਦਾ ਸਿਰਫ ਪੜ੍ਹਾਉਣਾ, ਉਸ ਤੋਂ ਬਾਅਦ ਬੱਚੇ ਪੜ੍ਹਨ, ਕਿਸ ਤਰੀਕੇ ਨਾਲ ਪੜ੍ਹ ਰਹੇ ਨੇ, ਤੇ ਉਹ ਉਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ। ਇਸ ਕਰਕੇ ਕੀ ਹੈ ਕਿ ਇਹਦੇ ਵਿੱਚ ਇੰਟਰਸਟ ਹੋਣਾ ਵੀ ਜ਼ਰੂਰੀ ਹੈ। ਹਰ ਇੱਕ ਅਧਿਆਪਕ ਦਾ ਅਗਰ ਇੰਟਰਸਟ ਹੋਊਗਾ ਤਾਂ ਹੀ ਜਿਹੜਾ ਆਬਜ਼ਰਵੇਸ਼ਨ ਆ ਉਹ ਕੰਪਲੀਟ ਹੋ ਪਾਊਗਾ। ਅਦਰਵਾਈਜ਼ ਕੀ ਹੈ ਕਿ ਕਿਸੇ ਦੀ ਅਗਰ ਆਪਾਂ ਅਧਿਆਪਕ ਦੀ ਡਿਊਟੀ ਲਗਾਤੀ, ਉਹਦਾ ਇੰਟਰਸਟ ਨਹੀਂ, ਉਹ ਜਸਟ ਆਪਾਂ ਨੂੰ ਕੀ ਆ ਆਪਦੇ ਜਿਹੜੇ ਮਨੋਂ ਬਣਾ ਕੇ ਉਹ ਰਿਜ਼ਲਟ ਕੱਢ ਕੇ ਦੇ ਦੂਗਾ। ਇਸ ਕਰਕੇ ਕਿ ਅਗਰ ਨਿਰੀਖਣ ਕਰ ਰਹੇ ਆ ਤਾਂ ਨਿਰੀਖਣ ਕਰਤਾ ਦਾ ਉੱਥੇ ਉਹਦੀ ਜਿਹੜੀ ਰੁਚੀ ਉਹ ਵੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਕਈ ਵਾਰ ਕੀ ਹੁੰਦਾਗਾ ਕਿ ਜਦੋਂ ਨਿਰੀਖਣ ਆਪਾਂ ਕਿਸੇ ਦਾ ਕਰ ਰਹੇ ਆ ਤਾਂ ਉਹ ਕੰਪਲੀਟ ਨਹੀਂ ਹੋ ਪਾਉਂਦਾ, ਕਿਉਂਕਿ ਉਹਦੇ ਵਿੱਚ ਕੀ ਹੁੰਦਾਗਾ ਕਿ ਨਿਰੀਖਣ ਕਰਤੇ ਤਾਂ ਆਪਾਂ ਨੂੰ ਕਿਸੇ ਫਿਕਸ ਟਾਈਮ ਲਈ, ਹੈ ਨਾ, ਅਗਰ ਆਪਾਂ ਉਹਦਾ ਨਿਰੀਖਣ ਕਰ ਰਹੇ ਆ ਇੱਕ ਦਿਨ ਵਿੱਚ ਕਿਸੇ ਦਾ ਨਿਰੀਖਣ ਹੋਣਾ ਇਹ ਪੋਸੀਬਲ ਨਹੀਂ ਆ। ਤੇ ਨਿਰੀਖਣ ਕਰਨ ਵਾਸਤੇ ਆਪਾਂ ਨੂੰ ਹਫਤਾ ਚਾਹੀਦਾ, 10 ਦਿਨ ਚਾਹੀਦੇ ਨੇ, ਤਾਂ 4 ਦਿਨ ਚਾਹੀਦੇ, ਤੇ ਮਤਲਬ ਇੱਕ ਟਾਈਮ ਪੀਰੀਅਡ ਸਾਨੂੰ ਚਾਹੀਦਾ ਹੁੰਦਾਗਾ। ਆਪਾਂ ਸਪੈਸ਼ਲ ਨਹੀਂ ਕਹਿ ਸਕਦੇ ਕਿ ਅਗਰ ਆਪਾਂ ਵਿਦਿਆਰਥੀ ਦਾ ਨਿਰੀਖਣ ਕਰ ਰਹੇ ਹਾਂ ਤਾਂ ਅਗਰ ਸਕੂਲ ਦੀ ਟਾਈਮਿੰਗ 9 ਵਜੇ ਤੋਂ ਲੈ ਕੇ 3 ਵਜੇ ਤੱਕ ਐਟਲੀਸਟ ਸਾਨੂੰ ਉਹ ਕਈ ਦਿਨ ਲਗਾਤਾਰ ਸਕੂਲ ਵਿੱਚ ਚਾਹੀਦਾ। ਤਾਂ ਜਦੋਂ ਵਿਦਿਆਰਥੀ ਇੱਕ ਦਿਨ ਸਕੂਲ ਆ ਕੇ ਫਿਰ 2 ਦਿਨ ਨਹੀਂ ਆਉਂਦੇ, ਤੀਸਰੇ ਦਿਨ ਆ ਗਏ, ਤਾਂ ਜਦੋਂ ਐਵੇਂ ਦਾ ਉਹਦੇ ਵਿੱਚ ਥੋੜਾ ਗੈਪ ਆ ਜਾਂਦਾ ਕਿ, ਤਾਂ ਇਸ ਕਰਕੇ ਕੀ ਉਹ ਨਿਰੀਖਣ ਤੇ ਜਿਹੜਾ ਨਾ ਉਹਦਾ ਜਿਹੜਾ ਉਲਟ ਪ੍ਰਭਾਵ ਹੁੰਦਾ ਵਾ। ਤਾਂ ਇਸ ਕਰਕੇ ਇਹ ਕਹਿ ਸਕਦੇ ਆ ਕਿ ਜਦੋਂ ਆਪਾਂ ਨਿਰੀਖਣ ਕਰ ਰਹੇ ਹਾਂ ਤਾਂ ਵਿਦਿਆਰਥੀ ਦਾ ਸਾਡੇ ਜਿਹੜਾ ਸਾਹਮਣੇ ਹੋਣਾ ਜ਼ਰੂਰੀ ਹੁੰਦਾ ਹੈ, ਤੇ ਜਦੋਂ ਸਾਡੇ ਸਾਹਮਣੇ ਨਹੀਂ ਹੁੰਦਾ ਤਾਂ ਸਾਡੀ ਜਿਹੜੀ ਨਿਰੀਖਣ ਉਹ ਅੱਧ ਅਧੂਰਾ ਰਹਿ ਜਾਂਦਾ। ਤੇ ਇਸ ਕਰਕੇ ਵੀ ਨਿਰੀਖਣ ਉਦੋਂ ਅਧੂਰਾ ਰਹਿ ਜਾਂਦਾ ਉਦੋਂ ਜਦੋਂ ਕਿ ਕੋਈ ਪਰਸਨ, ਕੋਈ ਵਿਅਕਤੀ ਜਾਂ ਵਿਦਿਆਰਥੀ ਸਾਡੇ ਕੋਲੇ ਮੌਜੂਦ ਨਾ ਹੋਵੇ। ਤੇ ਕਈ ਵਾਰ ਕੀ ਹੁੰਦਾ ਵਾ, ਇੱਕ ਪੱਖਪਾਤ, ਇਹ ਵੀ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਕਿ ਪੱਖਪਾਤ ਕਰਕੇ ਵੀ ਜਿਹੜਾ ਨਿਰੀਖਣ ਉਹ ਵਧੀਆ ਤੌਰ ਤੇ ਨਹੀਂ ਹੋ ਸਕਦਾ। ਉਹਦੇ ਵਿੱਚ ਵੀ ਕੀ ਆ, ਜਿਹੜਾ ਨਿਰੀਖਣ ਕਰਤਾ ਉਹ ਆਪਣੇ ਅਨੁਸਾਰ ਹੀ ਕਿ ਉਸਦਾ ਜਿਹੜਾ ਸਿੱਟਾ ਉਹ ਕੱਢ ਕੇ ਦੇ ਦਿੰਦੇ ਆ। ਤੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਨਿਰੀਖਣ ਵਿਧੀ ਦੇ ਬਹੁਤ ਸਾਰੇ ਫਾਇਦੇ ਨੇ ਉੱਥੇ ਵੀ ਕੀ ਆ, ਇਹਦੇ ਵਿੱਚ ਜਿਹੜੀਆਂ ਕਮੀਆਂ ਨੇ ਉਹ ਵੀ ਹੋ ਸਕਦੀਆਂ ਨੇ। ਤਾਂ ਅੱਜ ਦਾ ਜਿਹੜਾ ਆਪਣਾ ਇਹ ਟੌਪਿਕ ਸੀਗਾ ਆਬਜ਼ਰਵੇਸ਼ਨ ਮੈਥਡ ਦਾ, ਨਿਰੀਖਣ ਵਿਧੀ ਦਾ, ਉਹ ਅੱਜ ਆਪਣਾ ਇੱਥੇ ਕੰਪਲੀਟ ਹੋ ਰਿਹਾ ਹੈਗਾ। ਆਪਾਂ ਇਹਦੇ ਵਿੱਚ ਨਿਰੀਖਣ ਵਿਧੀ ਕਰ ਲਈ ਕਿ ਨਿਰੀਖਣ ਵਿਧੀ ਕੀ ਹੁੰਦੀ ਹੈ, ਕਿੰਨੇ ਟਾਈਪ ਦੀ ਹੁੰਦੀ ਹੈ, 2 ਟਾਈਪ ਦੀ ਹੁੰਦੀ ਹੈ, ਠੀਕ ਹੈ। ਔਰ ਸੈਲਫ ਆਬਜ਼ਰਵੇਸ਼ਨ ਤੇ ਇੱਕ ਦੂਸਰੇ ਵਿਅਕਤੀ ਦੁਆਰਾ ਆਬਜ਼ਰਵੇਸ਼ਨ ਹੋਣੀ। ਤੇ ਫਿਰ ਅੱਗੇ ਉਸਦੇ ਵੀ ਦੋ ਨੇ ਕਿ ਇੱਕ ਹੁੰਦਾਗਾ ਪੂਰਾ ਆਯੋਜਿਤ ਕਰਕੇ, ਪ੍ਰੀ ਪਲੈਨਿੰਗ ਕਰਕੇ, ਔਰ ਦੂਸਰਾ ਕੀ ਹੈ ਅਤੀਤ ਨਾਲ ਸੰਬੰਧ ਬਣਾ ਕੇ ਉਹਦਾ ਨਿਰੀਖਣ ਕਰਨਾ। ਫਿਰ ਭਾਸ਼ਾ ਦਾ ਤੇ ਨਿਰੀਖਣ ਵਿਧੀ ਦਾ ਕੀ ਸੰਬੰਧ ਹੈ, ਕਿਵੇਂ ਭਾਸ਼ਾ ਸਿਖਾਉਣ ਵਿੱਚ ਉਹ ਸਹਾਇਕ ਹੋ ਸਕਦੀ ਹੈ, ਤੇ ਇਹਦੇ ਕਿਹੜੇ ਜਿਹੜੇ ਫਾਇਦੇ ਨੇ, ਕਿਹੜੇ ਲਾਭ ਨੇ, ਔਰ ਇਹਦੀਆਂ ਜਿਹੜੀਆਂ ਕਿਹੜੀਆਂ ਉਤਰੀਆਂ, ਕਿਹੜੀਆਂ ਉਹਦੇ ਵਿੱਚ ਜਿਹੜੀਆਂ ਕਮੀਆਂ ਨੇ ਉਹ ਪਾਈਆਂ ਜਾਂਦੀਆਂ ਨੇ। ਤਾਂ ਅੱਜ ਦਾ ਜਿਹੜਾ ਆਪਣਾ ਲੈਕਚਰ ਹੈ ਇੱਥੇ ਕੰਪਲੀਟ ਹੋ ਰਿਹਾ ਹੈਗਾ। ਨੈਕਸਟ ਲੈਕਚਰ ਵਿੱਚ ਆਪਾਂ ਕੋਈ ਇੱਕ ਨਵਾਂ ਟੌਪਿਕ ਸ਼ੁਰੂ ਕਰਾਂਗੇ, ਤੇ ਜਿਹੜੇ ਆਪਣੇ ਮੈਥਡ ਸੀਗੇ ਇਹ ਕੰਪਲੀਟ ਹੋ ਚੁੱਕੇ ਨੇ। ਨੈਕਸਟ ਲੈਕਚਰ ਵਿੱਚ ਆਪਾਂ ਨੈਕਸਟ ਜਿਹੜਾ ਆਪਣਾ ਨਵਾਂ ਟੌਪਿਕ ਹੈ ਉਹ ਸ਼ੁਰੂ ਕਰਾਂਗੇ। ਤਾਂ ਅੱਜ ਲਈ ਇੰਨਾ ਹੀ, ਧੰਨਵਾਦ।